जय गुरु जी। गुरु जी की प्यारी संगत, गुरु जी का आश्रम जूम सत्संग में आप सबका बहुत बहुत स्वागत है। संगत जी, आइए सत्संग की शुरुआत करते हैं और सत्संग के लिए इनवाइट करते हैं टीनू ढिलन आंटी को। आंटी, आप प्लीज आए और गुरु जी का सत्संग शेयर करें। जय गुरु जी। सारी संगत ਨੂੰ ਨਮਸਕਾਰ। ਗੁਰੂ ਜੀ ਦੇ ਚਰਨਾਂ ਵਿੱਚ ਕੋਟੀ ਕੋਟੀ ਪ੍ਰਣਾਮ। ਅੱਜ ਦਾ ਸਤਸੰਗ ਵਿਕਰਮ ਦੀ ਜਦੋਂ ਮੈਨੂੰ ਕਾਲ ਆਈ, ਕੁਝ ਮਹੀਨਿਆਂ ਤੋਂ ਗੁਰੂ ਜੀ ਦਾ ਹੁਕਮ ਸੀ ਕਿ ਮੈਂ ਬਿਲਕੁਲ ਸਤਸੰਗ ਨਹੀਂ ਕਰਨੀ ਕਿਸੇ ਵੀ ਪਲੇਟਫਾਰਮ ਤੇ। ਕੁਝ ਦਿਨ ਪਹਿਲਾਂ ਮੈਨੂੰ ਕਾਲ ਆਈ ਕਿ 14 ਜੁਲਾਈ ਨੂੰ ਤੁਸੀਂ ਸਤਸੰਗ ਕਰਨਾ ਹੈ। ਮੈਂ ਅੰਕਲ ਨੂੰ ਕਿਹਾ, ਮੈਂ ਕਿਹਾ ਅੰਕਲ, ਤੁਹਾਨੂੰ ਪਤਾ ਹੈ ਕਿ ਗੁਰੂ ਜੀ ਦਾ ਹੁਕਮ ਹੈ ਕਿ ਸਤਸੰਗ ਨਹੀਂ ਕਰਨਾ ਹੈ, ਬਟ ਆਈ ਵਿਲ ਆਸਕ ਹਿਮ, ਤੁਸੀਂ ਮੈਨੂੰ 1 ਹਫ਼ਤਾ ਦੇ ਦਿਓ, ਜੇ ਉਹ ਕਹਿਣਗੇ ਤਾਂ ਮੈਂ ਕਰ ਦੂੰਗੀ। ਪਰ ਗੁਰੂ ਜੀ ਦਾ ਹੁਕਮ ਨਹੀਂ ਆਇਆ। ਅੱਜ ਮੈਂ ਵਾਕ ਕਰ ਰਹੀ ਸੀ ਜਦੋਂ ਵਿਕਰਮ ਦਾ ਫੋਨ ਵੱਜਿਆ ਔਰ ਮੇਰੇ ਹੱਥ 'ਚ ਫੋਨ ਸੀ, ਮੈਂ ਦੇਖ ਰਹੀ ਸੀ, ਪਰ ਹਿੰਮਤ ਨਹੀਂ ਹੋ ਰਹੀ ਸੀ ਚੁੱਕਣ ਦੀ ਕਿ ਗੁਰੂ ਜੀ ਦੇ ਆਸ਼ਰਮ ਨੂੰ ਨਾ ਕਿਵੇਂ ਕਿਹਾ ਜਾਏ। ਜਿਤਨੇ ਵੀ ਪਲੇਟਫਾਰਮਸ ਤੱਕ ਤੋਂ ਹੁਣੇ ਤੱਕ ਆਈ ਹੈ ਪਿਛਲੇ ਕੁਛ ਮਹੀਨਿਆਂ ਵਿੱਚ, ਮੈਂ ਹਰ ਇੱਕ ਨੂੰ ਡਿਕਲਾਈਨ ਕੀਤਾ। ਫੋਨ ਵੱਜ ਕੇ ਬੰਦ ਹੋ ਗਿਆ ਔਰ ਮੇਰੀ ਸਕਰੀਨ ਤੇ ਇੱਕ ਗ੍ਰੀਨ ਲੋਗੋ ਆਇਆ which said call back, and I felt that it became large and I heard Guruji say call back, and without even thinking मैं कॉल कर ਦਿੱਤਾ ਔਰ ਅੱਜ ਦੇ ਸਤਸੰਗ ਦਾ ਹੁਕਮ ਹੋਇਆ। With Guruji there are no excuses. ਜੇ ਉਹਨਾਂ ਨੇ ਤੁਹਾਡੇ ਤੋਂ ਸਤਸੰਗ ਕਰਾਣਾ ਤਾਂ ਉਹਨਾਂ ਨੇ ਕਰਾ ਹੀ ਲੈਣਾ, ਫਿਰ ਸਾਡੀ ਮੱਤ ਵੱਡੀ ਨਹੀਂ ਹੋ ਸਕਦੀ। ਗੁਰੂ ਜੀ ਹੀ ਜਾਣਦੇ ਹੈ ਕਿ ਉਹ ਕਿਸ ਤਰ੍ਹਾਂ ਕਰਵਾਉਂਦੇ ਹਨ। ਗੁਰੂ ਜੀ ਦਾ ਜਨਮ ਦਿਨ ਹੁਣੇ ਹੁਣੇ ਨਿਕਲ ਕੇ ਗਿਆ ਹੈ ਔਰ ਸਾਰੀ ਸੰਗਤ ਨੇ ਬਹੁਤ ਸੈਲੀਬ੍ਰੇਟ ਕੀਤਾ, ਕਮੈਮੋਰੇਟ ਕੀਤਾ ਉਸ ਦਿਨ ਨੂੰ। ਇਹ ਬਹੁਤ ਵੱਡਾ ਦਿਨ ਹੈ ਸਾਡੇ ਵਾਸਤੇ। ਜਿਸ ਦਿਨ ਗੁਰੂ ਜੀ ਨੇ ਅਵਤਾਰ ਪਾਇਆ, ਜਿਸ ਦਿਨ ਅਵਤਾਰ ਲਿਆ, ਉਹ ਜਿਹੜੀਆਂ ਸਪੈਸ਼ਲ ਐਨਰਜੀਜ਼ ਕ੍ਰੀਏਟ ਹੋਈਆਂ ਇਸ ਯੂਨੀਵਰਸ ਦੇ ਵਿੱਚ, ਅੱਜ ਵੀ ਗੁਰੂ ਜੀ ਦੇ ਜਨਮ ਦਿਨ ਤੋਂ ਪਹਿਲਾਂ, ਦੌਰਾਨ ਔਰ ਉਸ ਤੋਂ ਬਾਅਦ ਉਹੀ ਐਨਰਜੀਜ਼ ਇਸ ਬ੍ਰਹਿਮੰਡ ਵਿੱਚ ਹੁੰਦੀਆਂ। ਔਰ ਇਹ ਸਾਡੇ ਵਾਸਤੇ ਗੁਰੂ ਜੀ ਹਮੇਸ਼ਾ ਕਿਆ ਕਰਦੇ ਸੀ, 14 ਜੁਲਾਈ ਨੂੰ ਆਉਣਾ, ਸ਼ਿਵਰਾਤਰੀ ਨੂੰ, ਗੁਰਪੁਰਬ ਨੂੰ ਤੇ ਵਿਸਾਖੀ ਨੂੰ। ਇਹ 4 ਓਕੇਜ਼ਨ ਜ਼ਰੂਰ ਹੁੰਦੀਆਂ ਸੀ। ਇਹ ਬਹੁਤ ਬੜੇ ਦਿਨ ਹੋਇਆ ਕਰਦੇ ਸੀ ਕਿਉਂਕਿ ਜਿਹੜੀਆਂ ਇਸ ਦਿਨ ਸਪੈਸ਼ਲ ਐਨਰਜੀਜ਼ ਹੁੰਦੀਆਂ, ਤੇ ਐਨਰਜੀਜ਼ ਆਫ ਗ੍ਰੇਟ ਟ੍ਰਾਂਸਫਰਮੇਸ਼ਨ। ਉਸ ਦਿਨ ਜਿੰਨਾ ਗੁਰੂ ਜੀ ਸਾਡਾ ਭਾਂਡਾ ਸਾਫ਼ ਕਰਦੇ ਹੈ, ਉਹ ਸ਼ਾਇਦ ਹੀ ਸਾਡਾ ਪੂਰੇ ਸਾਲ ਵਿੱਚ ਕਰਦੇ ਹੋਣ। ਬਿਕੋਜ਼ ਕਿ ਉਸ ਟਾਈਮ ਤੇ ਬ੍ਰਹਮੰਡ ਵਿੱਚ ਇੰਨੀਆਂ ਪਾਵਰਫੁਲ ਐਨਰਜੀਜ਼ ਹੁੰਦੀਆਂ, ਅਸੀਂ we should make use of that energy ਔਰ ਅਸੀਂ ਆਪਣਾ ਭਾਂਡਾ ਸਾਫ਼ ਕਰੀਏ। ਗੁਰੂ ਜੀ ਕਹਿੰਦੇ ਸੀ ਭਾਂਡਾ ਸਾਫ਼ ਕਰੋ। ਸਾਡੇ ਗੁਰੂਆਂ ਨੇ, ਗੁਰੂ ਜੀ ਨੇ ਇੰਨੇ ਥੋੜੇ ਲਫ਼ਜ਼ ਕਹੇ,
ਜਦੋਂ ਵੀ ਆਪਾਂ ਸੁਣੀਏ ਸੰਗਤ ਤੋਂ ਹਮੇਸ਼ਾ ਇਹੀ ਕਹਿੰਦੇ ਹੈ ਕਿ ਗੁਰੂ ਜੀ ਬਹੁਤ ਘੱਟ ਬਚਨ ਕਰਦੇ ਸੀ, ਬਹੁਤ ਘੱਟ ਬੋਲਦੇ ਸੀ, ਵੈਰੀ ਰੇਅਰਲੀ ਹੀ ਵੁੱਡ ਸੇ ਐਨੀਥਿੰਗ। ਪਰ ਉਹ ਬਹੁਤ ਘੱਟ ਬੋਲਣ ਦੇ ਵਿੱਚ ਜਿਹੜਾ ਥੋੜਾ ਬਹੁਤ ਕੁਝ ਵੀ ਕਹਿੰਦੇ ਸੀ, ਉਹ ਚੀਜ਼ ਅਸੀਂ ਬਹੁਤ ਸੀਰੀਅਸਲੀ ਲੈਣੀ, ਉਸਨੂੰ ਐਵੇਂ ਮਾੜੀ ਜਿਹੀ ਚੀਜ਼ ਸਮਝ ਕੇ ਸਾਈਡ ਤੇ ਨਹੀਂ ਕਰ ਦੇਣਾ। ਗੁਰੂ ਜੀ ਕਹਿੰਦੇ ਸੀ ਭਾਂਡਾ ਸਾਫ਼ ਕਰੋ। ਭਾਂਡਾ ਸਾਫ਼ ਕਰਨ ਤੋਂ ਕੀ ਮੁਰਾਦ ਹੈ? ਜਿਹੜੀਆਂ ਹਾਊਸਵਾਈਵਸ ਹੁੰਦੀਆਂ ਸੀ ਪੁਰਾਣੇ ਪਿੰਡਾਂ ਦੇ ਵਿੱਚ, ਅੱਜ ਵੀ ਜਦੋਂ ਚਾਟੀ ਦੇ ਵਿੱਚ ਦੁੱਧ ਪਾਉਂਦੀਆਂ ਸੀ, ਇਹ ਗੁਰੂ ਗ੍ਰੰਥ ਸਾਹਿਬ ਵਿੱਚ ਮੈਂਸ਼ਨ ਆਉਂਦਾ ਹੈ, ਜਦੋਂ ਚਾਟੀ ਦੇ ਵਿੱਚ ਦੁੱਧ ਪਾਉਂਦੀਆਂ ਸੀ ਔਰ ਉਹਨੂੰ ਕਾੜਨੀ ਚ ਪਾ ਕੇ ਰੱਖਦੀਆਂ ਸੀ ਔਰ ਸਵੇਰੇ ਰਿੜਕਦੀਆਂ ਸੀ, ਜਦੋਂ ਸਾਰੀ ਰਾਤ ਉਹਨੂੰ ਕਾੜਨੀ ਚ ਪਾ ਕੇ ਰੱਖਣਾ, ਸਵੇਰੇ ਰਿੜਕ ਲੈਣਾ ਦੁੱਧ, ਉਸ ਤੋਂ ਬਾਅਦ ਉਹ ਮਿੱਟੀ ਦਾ ਭਾਂਡਾ ਚੰਗੀ ਤਰ੍ਹਾਂ ਸਾਫ਼ ਕਰਨਾ, ਉਹਨੂੰ ਧੁੱਪ ਵਿੱਚ ਸੁਕਾਉਣਾ, ਫਿਰ ਉਸ ਤੋਂ ਬਾਅਦ ਉਹਨੂੰ ਧੂਫ ਦੇਣੀ ਔਰ ਤਾਂ ਅਗਲੇ ਦਿਨ ਜਾ ਕੇ ਉਹਦੇ ਵਿੱਚ ਦੁੱਧ ਪਾਣਾ, ਨਹੀਂ ਤੇ ਦੁੱਧ ਫਟ ਜਾਂਦਾ ਹੁੰਦਾ ਸੀ। ਇਹ ਬਾਣੀ ਚ ਮੈਂਸ਼ਨ ਆਉਂਦਾ ਹੈ ਔਰ ਅਸੀਂ ਆਪਣੀਆਂ ਮਾਵਾਂ ਨੂੰ ਕਰਦੇ ਦੇਖਿਆ ਹੈ। ਗੁਰੂ ਜੀ ਦੀ ਮੁਰਾਦ ਵੀ ਇਹੀ ਸੀ ਕਿ if we don't clean our vessel, we don't purify our vessel, ਉਹ ਜਿੰਨੀਆਂ ਮਰਜ਼ੀ ਬਲੈਸਿੰਗਸ ਪਾ ਦੇਣਗੇ ਸਾਡੇ ਅੰਦਰ, ਸਾਡੇ ਤੋਂ ਸੰਭਾਲੀਆਂ ਨਹੀਂ ਜਾਣੀਆਂ, ਫਟ ਜਾਣੀਆਂ। ਗੁਰੂ ਜੀ ਇੱਕ ਹੋਰ ਚੀਜ਼ ਕਿਹਾ ਕਰਦੇ ਸੀ, which is of like one has to really think about it. ਗੁਰੂ ਜੀ ਕਹਿੰਦੇ ਸੀ ਕਿ ਮੈਂ ਤੁਹਾਨੂੰ, ਤੁਸੀਂ ਮੇਰੇ ਤੋਂ ਮੰਗਿਆ ਨਾ ਕਰੋ, ਜਿਹੜੀ ਚੀਜ਼ ਤੁਸੀਂ ਮੰਗ ਕੇ ਲਓਗੇ ਉਹ ਟੈਂਪਰਰੀ ਹੋਏਗੀ, ਜਿਹੜੀ ਚੀਜ਼ ਮੈਂ ਆਪ ਦਿਆਂਗਾ ਉਹ ਪਰਮਾਨੈਂਟ ਹੋਏਗੀ। ਟੈਂਪਰਰੀ ਕਿਉਂ ਹੋਏਗੀ? ਗੁਰੂ ਜੀ ਸਾਨੂੰ ਆਪਣੇ ਚਰਨ ਸ਼ਰਨ ਵਿੱਚ ਬਿਠਾ ਕੇ ਸਾਡਾ ਭਾਂਡਾ ਹੀ ਸਾਫ਼ ਕਰਦੇ ਸੀ ਆਪਣੀ ਐਨਰਜੀ ਦੇ ਨਾਲ। ਜਿਸ ਦਿਨ ਸਾਡਾ ਭਾਂਡਾ ਇਨਫ ਕਲੀਨ ਹੋ ਜਾਂਦਾ ਸੀ, ਅਸੀਂ ਪਤਾ ਨਹੀਂ ਕੀ ਕਰਮ ਕਿੱਥੇ ਕਿੱਥੇ ਕਰਕੇ ਆਏ ਹੋਏ ਆ ਔਰ ਗੁਰੂ ਜੀ ਨੂੰ ਕਿੰਨਾ ਟਾਈਮ ਲੱਗਦਾ ਸੀ ਉਹਨੂੰ ਕਲੀਨ ਕਰਨ ਨੂੰ। ਜਿਸ ਦਿਨ ਸਾਡਾ ਭਾਂਡਾ ਉਸ ਲਾਇਕ ਹੋ ਜਾਂਦਾ ਸੀ ਕਿ ਉਹਦੇ ਵਿੱਚ ਬਲੈਸਿੰਗ ਪੈ ਜਾਏ, ਉਸ ਦਿਨ ਗੁਰੂ ਜੀ would bless us even today। ਗੁਰੂ ਜੀ ਕਹਿੰਦੇ ਸੀ ਮੇਰੇ ਤੋਂ ਮੰਗੋ ਨਾ, ਨਹੀਂ ਤਾਂ ਟੈਂਪਰਰੀ ਬਲੈਸਿੰਗਸ ਮਿਲਣਗੀਆਂ। ਟੈਂਪਰਰੀ ਬਲੈਸਿੰਗਸ ਦਾ ਕੀ ਮਤਲਬ? ਜਦੋਂ ਅਸੀਂ ਗੁਰੂ ਜੀ ਨੂੰ ਬਹੁਤ ਤੰਗ ਕਰਦੇ ਹਾਂ, ਗੁਰੂ ਜੀ ਸਾਡੇ ਉਨੇ ਕੁ ਭਾਂਡੇ ਦੇ ਵਿੱਚ ਆਪਣੀ ਬਲੈਸਿੰਗ ਪਾਉਣ ਦੀ ਕੋਸ਼ਿਸ਼ ਕਰਦੇ ਆ, but our vessel cannot hold it। when the vessel can't hold it, ਉਹ ਬਲੈਸਿੰਗ ਹੱਥੋਂ ਨਿਕਲ ਜਾਂਦੀ ਹੈ। ਸੋ ਜਿੱਥੇ ਗੁਰੂ ਜੀ ਸਾਨੂੰ ਹਮੇਸ਼ਾ ਬਲੈਸ ਕਰਦੇ ਹੈ ਔਰ ਸਾਡਾ ਭਾਂਡਾ ਸਾਫ਼ ਕਰਨ ਦੀ ਕੋਸ਼ਿਸ਼ ਵਿੱਚ ਲੱਗੇ ਹੈ, ਸਾਨੂੰ ਚਰਨ ਸ਼ਰਨ ਚ ਬਿਠਾਉਂਦੇ ਹੈ, ਸਾਨੂੰ ਸਤਸੰਗ ਵਿੱਚ ਆਉਣ ਨੂੰ ਕਹਿੰਦੇ ਹੈ, ਸਾਨੂੰ ਬਾਣੀ ਪੜ੍ਹਨ ਨੂੰ ਕਹਿੰਦੇ ਹੈ, but we have to make a conscious effort to clean our vessel। ਗੁਰੂ ਜੀ ਕਹਿੰਦੇ ਸੀ abuse, blame, curse, ਇਹ ਕੀ ਕਰਦੀਆਂ? ਸ਼ਾਰਟ ਸਰਕਿਟ ਕਰਦੀਆਂ। ਜਦੋਂ ਗੁਰੂ ਜੀ ਦੀ ਬਲੈਸਿੰਗਸ ਦਾ ਇੱਕ ਫਲੋ ਸ਼ੁਰੂ ਹੋਇਆ ਹੁੰਦਾ ਹੈ, ਗੁਰੂ ਜੀ ਦੀ ਐਨਰਜੀ ਦਾ ਫਲੋ ਸ਼ੁਰੂ ਹੋਇਆ ਹੁੰਦਾ ਹੈ, ਜਦੋਂ ਅਸੀਂ ਬੈਠ ਕੇ ਵਿਸ਼ੇਸ਼ ਟਿੱਪਣੀਆਂ ਲੋਕਾਂ ਤੇ ਕਰਦੇ ਹਾਂ, ਬੁਰਾ ਬੋਲਦੇ ਹਾਂ, ਕਿਸੇ ਨੂੰ ਤੰਗ ਕਰਦੇ ਹਾਂ, ਕਿਸੇ ਦਾ ਦਿਲ ਦੁਖਾਉਂਦੇ ਹਾਂ, ਸ਼ਾਰਟ ਸਰਕਿਟ ਹੁੰਦਾ। ਜਦੋਂ ਸ਼ਾਰਟ ਸਰਕਿਟ ਹੁੰਦਾ ਉਹ ਕਿੱਥੇ ਰੈਸਟ ਕਰਦਾ? ਉਹ ਸਾਡੇ ਭਾਂਡੇ 'ਚ ਹੀ ਰੈਸਟ ਕਰਦਾ। And our vessel is not good enough to take those blessings। ਸਾਨੂੰ ਏਦਾਂ ਲੱਗਦਾ ਹੈ ਕਿ ਜੋ ਵੀ ਗੁਰੂ ਜੀ ਕਹਿੰਦੇ ਹੁੰਦੇ ਸੀ ਉਹ ਬੜਾ ਬਾਏ ਦ ਵੇ ਕਹਿੰਦੇ ਹੁੰਦੇ ਸੀ। ਆਮ ਲੋਕ ਕਹਿਣਗੇ ਆਂਟੀ ਫਲਾਨੀ ਸੀਗੀ ਸਾਡੀ ਵਿਸ਼,
ਇੰਨੇ ਸਾਲ ਹੋ ਗਏ ਪੂਰੀ ਨਹੀਂ ਹੋਈ। ਅਸੀਂ ਆਪ ਆਪਣੀ ਜ਼ਿੰਦਗੀ ਦੇ ਵਿੱਚ ਦੇਖੀਏ ਕਿ ਅਸੀਂ ਕੀ ਕਰ ਰਹੇ ਹਾਂ, ਅਸੀਂ ਕਿੱਥੇ ਸ਼ਾਰਟ ਸਰਕਿਟ ਕਰ ਰਹੇ ਹਾਂ ਕਿ ਸਾਡੀ ਉਹ ਮੁਰਾਦ ਪੂਰੀ ਨਹੀਂ ਹੋ ਰਹੀ। ਗੁਰੂ ਵੱਲੋਂ ਕਦੇ ਕੋਈ ਘਾਟਾ ਨਹੀਂ। ਚਰਨ ਸ਼ਰਨ ਗੁਰੂ ਏਕ ਪੈਂਡਾ ਜਾਏ ਚੱਲ, ਸਤਿਗੁਰ ਕੋਟ ਪੈਂਡਾ ਆਗੇ ਹੋਏ ਲੇਤ ਹੋ। ਅਸੀਂ ਨਿੱਕਾ ਜਿਹਾ ਐਫਰਟ ਕਰਦੇ ਹਾਂ। ਗੁਰੂ ਜੀ ਡਸਨਟ ਸੇ ਕਿ ਤੁਸੀਂ ਪੂਰਾ ਐਫਰਟ ਕਰੋ, ਕਹਿੰਦੇ ਤੁਸੀਂ ਹਿੰਮਤ ਮਾਰੋ, ਆਪਣਾ ਬੈਸਟ ਕਰੋ, ਮੈਂ ਤੁਹਾਡਾ ਹੱਥ ਫੜਾਂਗਾ। ਸੋ ਜਦੋਂ ਵੀ ਕਿਸੇ ਸਤਸੰਗ ਤੇ ਜਾਈਏ ਹਮੇਸ਼ਾ ਕਹਿਣਗੇ, ਸੰਗਤ ਮਿਲਣਗੇ ਤੇ ਕਹਿਣਗੇ ਸਾਡਾ ਕੰਮ ਨਹੀਂ ਹੋਇਆ, ਗੁਰੂ ਜੀ ਕਿਸ ਤਰ੍ਹਾਂ ਖੁਸ਼ ਹੋਣਗੇ, ਆਂਟੀ ਤੁਸੀਂ ਮੈਸੇਜ ਦੇ ਦਿਓ। ਕੋਈ ਆਂਟੀ ਕੋਈ ਮੈਸੇਜ ਨਹੀਂ ਦੇ ਸਕਦੀ, ਕੋਈ ਆਂਟੀ ਕੁਝ ਨਹੀਂ ਤੁਹਾਨੂੰ ਦੱਸ ਸਕਦੀ। ਤੁਸੀਂ ਆਪਣੇ ਅੰਦਰ ਛਾਤੀ ਮਾਰ ਕੇ ਤੇ ਅਸੀਂ ਦੇਖਣੀ ਹੈ ਕਿ ਅਸੀਂ ਕਿੱਥੇ ਗਲਤੀ ਕਰ ਰਹੇ ਹਾਂ, ਕਿ we are not being able to receive Guru Ji's blessing। ਸਾਡਾ ਭਾਂਡਾ ਕਿਉਂ ਨਹੀਂ ਰਿਸੀਵ ਕਰ। ਗੁਰੂ ਜੀ ਹਮੇਸ਼ਾ ਕਿਆ ਕਰਦੇ ਸੀ ਕਿ ਜਦੋਂ ਕੋਈ ਕੰਮ ਕਰੋ, ਪਾਠ ਪੂਜਾ ਸਿਮਰਨ, ਕੋਈ ਅੱਛਾ ਕੰਮ, ਕਿਸੇ ਨੂੰ ਨਾ ਦੱਸੋ। ਸਤਸੰਗ ਨਾ ਕਰਨ ਦਾ ਇੱਕ ਬਹੁਤ ਵੱਡਾ ਰੀਜ਼ਨ ਇਹ ਵੀ ਸੀ ਕਿ ਗੁਰੂ ਜੀ ਬਹੁਤ ਮਨਾ ਕਰਦੇ ਹੁੰਦੇ ਸੀ। ਅੱਜ ਸੰਗਤ ਦੇ ਵਿੱਚ ਇਹ ਬਹੁਤ ਚੀਜ਼ ਪ੍ਰਚਲਿਤ ਹੋ ਗਈ ਹੈ ਕਿ ਤੁਸੀਂ ਆਪਣੇ ਸਾਰੇ ਐਕਸਪੀਰੀਅੰਸ ਫਟਾਫਟ ਵੀਡੀਓ ਬਣਾ ਕੇ ਆਨਲਾਈਨ ਪਾ ਦਿਓ, ਫਟਾਫਟ ਸਭ ਕੁਝ ਦੱਸ ਦਿਓ। ਮੈਂ ਤੁਹਾਨੂੰ ਇਹ ਯਕੀਨ ਦਿਵਾਉਣਾ ਚਾਹੁੰਦੀ ਹਾਂ ਕਿ ਜਿੰਨੇ ਸਤਸੰਗ ਤੁਸੀਂ ਅੱਜ ਤੱਕ ਕਿਸੇ ਵੀ ਪੁਰਾਣੀ ਸੰਗਤ ਦੇ ਸੁਣੇ ਹੋਣੇ ਆ, 70% ਉਹਨਾਂ ਨੇ ਨਹੀਂ ਸੁਣਾਏ, ਤੁਹਾਨੂੰ ਸਿਰਫ 30% ਪਤਾ ਹੈ। ਕਿਉਂਕਿ ਗੁਰੂ ਜੀ ਦਾ ਇਹ ਹੁਕਮ ਹੁੰਦਾ ਸੀ ਕਿ ਸਤਸੰਗ ਨਹੀਂ ਕਰਨਾ। ਉਹਦਾ ਰੀਜ਼ਨ ਇਹ ਹੈ ਕਿ ਜਦੋਂ ਅਸੀਂ ਆਪਣਾ ਸਤਸੰਗ ਕਰਦੇ ਹਾਂ, ਬਹੁਤ ਡਿਵਾਈਨ ਐਕਸਪੀਰੀਅੰਸ ਸ਼ੇਅਰ ਕਰਦੇ ਹਾਂ, ਜਿਹੜੇ ਲੋਕੀ ਸੁਣ ਰਹੇ ਹੁੰਦੇ ਆ ਉਹਨਾਂ ਦੇ ਮਨ ਵਿੱਚ ਇੱਕ ਵਾਰੀ ਕਸਕ ਜ਼ਰੂਰ ਉੱਠਦੀ ਹੈ, ਹਾਏ ਗੁਰੂ ਜੀ ਨੇ ਫਲਾਨੀ ਆਂਟੀ ਨੂੰ ਤਾਂ ਬੜਾ ਬਲੈਸ ਕੀਤਾ, ਮੈਨੂੰ ਨਹੀਂ ਕੀਤਾ। ਸਿਰਫ ਇੰਨਾ ਹੀ ਕਹਿਣਾ। ਉਹ ਜਿਹੜੀ ਕਸਕ ਹੈ ਉਹਨੂੰ ਕਹਿੰਦੇ ਹੈ ਨਜ਼ਰ ਲੱਗਣਾ, ਕਿ ਇੱਕ ਆਊਟਸਾਈਡ ਐਨਰਜੀ ਨੇ ਆ ਕੇ ਇਨਫਲੂਐਂਸ ਕਰ ਦਿੱਤਾ ਉਸ ਐਕਸਪੀਰੀਅੰਸ ਨੂੰ। ਦੂਸਰੀ ਗੱਲ ਗੁਰੂ ਜੀ ਕਿਆ ਕਰਦੇ ਸੀ, ਜਿੰਨੀ ਦੇਰ ਤੱਕ ਸਤਸੰਗ ਪੂਰਾ ਨਾ ਹੋ ਜਾਏ ਕਿਸੇ ਨਾਲ ਗੱਲ ਨਹੀਂ ਕਰਨੀ। ਸੋ ਕਈ ਵਾਰੀ ਗੁਰੂ ਜੀ ਸਾਨੂੰ ਕੋਈ ਬਲੈਸਿੰਗ ਦੇ ਰਹੇ ਹੁੰਦੇ ਸੀ, we were not supposed to talk about it। ਸਾਨੂੰ ਇਹ ਹੁਕਮ ਹੁੰਦਾ ਸੀ ਕਿ ਇਹ ਗੱਲ ਕਿਸੇ ਨਾਲ ਨਹੀਂ ਕਰਨੀ, ਕਿਉਂਕਿ ਸਾਨੂੰ ਪਤਾ ਨਹੀਂ ਕਿ ਉਹ ਸਤਸੰਗ ਨੇ ਕਦੋਂ ਪੂਰੇ ਹੋਣਾ। Guru Ji would be working on us। ਕਿਉਂਕਿ ਕਿਸੇ ਵੀ ਸਤਸੰਗ ਦੀ ਜਿਹੜੀ ਸੀਡ ਐਨਰਜੀ ਹੁੰਦੀ ਹੈ, ਜਿਹੜਾ ਬੀਜ ਹੁੰਦਾ ਹੈ ਨਾ, ਜਦੋਂ ਅਸੀਂ ਉਹਨੂੰ ਜ਼ਮੀਨ ਥੱਲੇ ਪਾ ਦਿੰਦੇ ਹਾਂ, ਫਿਰ ਅਸੀਂ ਉਹਨੂੰ ਰੋਜ਼ ਮੁੜ ਕੇ ਖੋਲ ਕੇ ਲੋਕਾਂ ਨੂੰ ਨਹੀਂ ਦਿਖਾਉਂਦੇ, ਉਹਨੂੰ ਅਸੀਂ ਢੱਕਿਆ ਕੱਜਿਆ ਰਹਿਣ ਦਿੰਦੇ ਹਾਂ। ਉਹਦਾ ਰੀਜ਼ਨ ਕੀ ਹੈ? ਉਹਦਾ ਰੀਜ਼ਨ ਇਹ ਹੈ, you don't want artificial energies, too many energies। ਤੁਸੀਂ ਰੋਜ਼ ਜਾ ਕੇ ਇੱਕ ਬੀਜ ਦੇ ਉੱਤੇ ਬੈਠ ਕੇ ਦੇਖਣ ਲੱਗ ਜਾਓਗੇ ਕਿਸ ਦਿਨ ਉਗਦਾ, ਉਹ ਬੀਜ ਉੱਗੇਗਾ ਹੀ ਨਹੀਂ। ਇਸੇ ਤਰ੍ਹਾਂ ਨਜ਼ਰ ਲੱਗਣ ਦਾ ਕਨਸੈਪਟ ਹੈ। ਕੁਝ ਲੋਕ ਹਮੇਸ਼ਾ ਪੁੱਛਦੇ हैं ਕਿ ਗੁਰੂ ਜੀ ਕਹਿੰਦੇ ਹੁੰਦੇ ਸੀ ਕਿ ਕਈਆਂ ਨੂੰ ਤਾਂ ਕਹਿੰਦੇ ਸੀ ਨਜ਼ਰ ਹੁੰਦੀ ਹੈ, ਕਈਆਂ ਨੂੰ ਕਹਿੰਦੇ ਸੀ ਨਹੀਂ ਹੁੰਦੀ। ਜੇ ਅਸੀਂ ਆਪਣੇ ਤੇ ਇੰਨੀ ਨਾਮ ਭਗਤੀ ਕੀਤੀ ਹੋਈ ਹੈ, ਆਪਣੇ ਤੇ ਇੰਨਾ ਵਰਕ ਕੀਤਾ ਕਿ ਸਾਡੀ ਐਨਰਜੀ ਇੰਨੀ ਸਟਰੋਂਗ ਹੈ ਕਿ ਸਾਨੂੰ ਕਿਸੇ ਦੀ ਐਨਰਜੀ ਇਫੈਕਟ ਨਹੀਂ ਕਰ ਸਕਦੀ, ਤਾਂ ਉਹਦੇ ਵਾਸਤੇ
वो रूल नहीं अप्लाई करता। But majority of us, we haven't done enough work on ourselves. I remember ਗੁਰੂ ਜੀ ਨੇ ਇੱਕ ਆਂਟੀ ਨੂੰ ਕਿਹਾ ਸੀ, ਉਹਨਾਂ ਦੀ ਬੇਟੀ ਦੀ ਸ਼ਾਦੀ ਸੀ, ਔਰ ਗੁਰੂ ਜੀ ਨੇ ਉਹਨਾਂ ਨੂੰ ਕਿਹਾ ਸੀ ਸਗੀ ਭੈਣ ਅੱਗੇ ਗੱਲ ਨਹੀਂ ਕਰਨੀ ਜਿਸ ਦਿਨ ਤੱਕ ਕਾਰਡ ਨਾ ਛਪਨੇ ਸ਼ੁਰੂ ਹੋ ਜਾਣ। Guru Ji said very little, but it meant a lot. जिस दिन गुरु जी ने मैंने गुरु नानक देव जी के दर्शन कराए, the only thing Guru Ji said in my ear was ਕਿਸੇ ਨਾਲ ਗੱਲ ਨਹੀਂ ਕਰਨੀ। ਅੱਜ ਦੀ ਡੇਟ ਵਿੱਚ ਅਸੀਂ ਉਹ ਸਤਸੰਗ ਕਰਦੇ ਹਾਂ, not even one ਸਤਸੰਗ ਜਿਹੜੇ ਮੈਂ ਅੱਜ ਕੀਤੇ ਹੈ, ਮੈਂ ਜ਼ੂਮ ਪਲੇਟਫਾਰਮ ਆਉਣ ਤੋਂ ਪਹਿਲਾਂ ਕਦੇ ਵੀ ਕਿਸੇ ਨਾਲ ਸ਼ੇਅਰ ਨਹੀਂ ਕੀਤੇ ਸੀ, no matter how close, because ਇਹ ਹੁਕਮ ਸੀ। ਗੁਰੂ ਜੀ ਹਮੇਸ਼ਾ ਪਹਿਲਾਂ ਸਤਸੰਗ ਪੂਰਾ ਕਰਵਾਉਂਦੇ ਸੀ ਸੰਗਤ ਦਾ, ਫਿਰ ਉਸ ਤੋਂ ਬਾਅਦ ਕਦੇ ਉਹਨਾਂ ਦੀ ਮੌਜ ਆਉਂਦੀ ਸੀ ਤਾਂ ਕਹਿੰਦੇ ਸੀ ਅੱਛਾ ਫਿਰ ਉਦੋਂ ਜਦੋਂ ਮੈਂ ਤੈਨੂੰ ਬਲੈਸ ਕੀਤਾ ਸੀ ਤੂੰ ਉਹ ਸਤਸੰਗ ਸੁਣਾ। It was always in the past, ਕਿਉਂਕਿ ਪਾਸਟ ਦੀ ਜਿਹੜੀ ਐਨਰਜੀ ਹੈ ਉਹ ਸਤਸੰਗ ਪੂਰਾ ਹੋ ਚੁੱਕਿਆ ਹੈ, ਤੁਸੀਂ ਉਹਦੇ ਵਿੱਚ ਬਹੁਤ ਐਨਰਜੀਜ਼ ਨੂੰ ਇਨਵੋਲਵ ਨਹੀਂ ਕਰਦੇ, ਔਰ ਤੁਹਾਡੇ ਚ ਆਪਣੇ ਚ ਵੀ ਹਉਮੈ ਨਹੀਂ ਆਉਂਦੇ। ਮੈਂ ਤਾਂ ਇੱਕ ਬਹੁਤ ਵਧੀਆ ਟੈਸਟ ਆਪਣੇ ਲਈ ਡਿਸਾਈਫਰ ਕਰ ਲਿਆ, ਜਦੋਂ ਵੀ ਗੁਰੂ ਜੀ ਤੁਹਾਡੇ ਤੇ ਕੋਈ ਵੀ ਬਲੈਸਿੰਗ ਦਿੰਦੇ ਆ, ਤੁਹਾਡੇ ਘਰ ਅੰਮ੍ਰਿਤ ਵਰਸ਼ਾ ਹੋਏ ਗੁਰੂ ਜੀ ਦੇ ਮਿਹਰ ਨਾਲ, ਤੁਹਾਡੇ ਘਰ ਬਿਗੇਸਟ ਮਿਰੇਕਲ ਹੋ ਜਾਏ, ਤੁਹਾਨੂੰ ਗੁਰੂ ਜੀ ਬਿਗੇਸਟ ਬਲੈਸਿੰਗ ਦੇ ਦੇਣ, ਜਿੰਨੀ ਦੇਰ ਤੁਹਾਡੇ ਵਿੱਚ ਇਹ ਅਰਜ ਹੈ ਕਿ ਤੁਸੀਂ ਜਾ ਕੇ ਲੋਕਾਂ ਨਾਲ ਇਹਨੂੰ ਸ਼ੇਅਰ ਕਰੋ, it is not the right time to share. ਇਸ ਦਾ ਮਤਲਬ ਇਹ ਹੈ that it is coming from a place of ego. ਜਿਸ ਦਿਨ ਉਸ ਸਿਚੁਏਸ਼ਨ ਦੇ ਵਿੱਚ ਚਾਰਜ ਖਤਮ ਹੋ ਜਾਏ ਕਿ ਹੁਣ ਤੁਸੀਂ ਸ਼ੇਅਰ ਕਰੋ ਜਾਂ ਨਾ ਕਰੋ ਕੋਈ ਫਰਕ ਨਹੀਂ ਪੈਂਦਾ, ਕਿ ਜੇ ਤੁਹਾਡੇ ਘਰ ਅੰਮ੍ਰਿਤ ਵਰਸ਼ਾ ਹੋਈ ਹੈ, 1 ਸਾਲ ਤੁਸੀਂ ਨਹੀਂ ਸ਼ੇਅਰ ਕੀਤਾ, ਸਾਲ ਤੋਂ ਬਾਅਦ ਤੁਹਾਨੂੰ ਕੋਈ ਫਰਕ ਨਹੀਂ ਪਏਗਾ ਤੁਸੀਂ ਕਿਸੇ ਨਾਲ ਸ਼ੇਅਰ ਕਰੋ ਜਾਂ ਨਾ ਕਰੋ, ਉਸ ਸਟੇਜ ਤੇ ਆ ਕੇ ਯੂ ਸ਼ੁਡ ਬੀ ਸ਼ੇਅਰਿੰਗ ਯੋਰ ਸਤਸੰਗ। ਪਰ ਇਹ ਜਿਹੜੀ ਰਵਾਇਤ ਹੈ, ਇਹ ਕਹਿਣਾ ਕਿ ਕੱਲ ਰਾਤੀ ਮੇਰੇ ਨਾਲ ਏਦਾਂ ਹੋਇਆ ਤੇ ਮੈਂ ਅੱਜ ਸਤਸੰਗ ਕਰ ਰਹੀ ਹਾਂ, ਨਹੀਂ। ਸੰਗਤ ਜੀ, ਗੁਰੂ ਜੀ ਬਹੁਤ ਟ੍ਰੈਡੀਸ਼ਨਲ ਸੀ, ਬਹੁਤ ਪਿੱਛੇ ਪੈਰ ਕਰਕੇ ਚਲਾਉਂਦੇ ਸੀ ਸਾਨੂੰ, ਬਹੁਤ ਬਹੁਤ ਸਹਿਜੇ ਰੱਖਦੇ ਸੀ ਸਾਨੂੰ, ਕਹਿੰਦੇ ਸੀ ਵੀ ਸਹਿਜ ਚ ਰਹੋ। ਇਹ ਜਿਹੜਾ ਦਿਖਾਵਾ, ਇਹ ਜਿਹੜਾ ਸੋਸ਼ਲ ਮੀਡੀਆ, ਜਿਹੜਾ ਅੱਜ ਤੁਹਾਡੇ ਨਾਲ ਸਤਸੰਗ ਹੋਇਆ, ਅਗਲੇ ਦਿਨ ਤੁਸੀਂ ਸ਼ੇਅਰ ਕਰਨਾ ਸ਼ੁਰੂ ਕਰ ਦਿੰਦੇ ਹੋ, ਵੀਡੀਓ ਬਣਾਉਣੀ ਸ਼ੁਰੂ ਕਰ ਦਿੰਦੇ ਹੋ, ਬੈਕਗਰਾਊਂਡ ਮਿਊਜ਼ਿਕ ਪਾ ਕੇ, ਆਪਾਂ ਇਹ ਨਹੀਂ ਕਰਨਾ। ਇਹ ਥੰਬ ਰੂਲ ਤੁਸੀਂ ਬਣਾ ਲਓ, ਜਿੰਨੀ ਦੇਰ ਤੁਹਾਡੇ ਵਿੱਚ ਇਹ ਅਰਜੈਂਸੀ ਜਾਂ ਅਰਜ ਹੈ ਕਿ ਮੈਂ ਜਾ ਕੇ ਆਪਣਾ ਸਤਸੰਗ ਹੁਣੇ ਹੀ ਸੁਣਾਵਾਂ ਕਿਸੇ ਨੂੰ, ਓਨਾ ਹੀ ਕੁੱਟ ਕੇ ਬਹਿ ਜਾਓ, ਗੁਰੂ ਜੀ ਦੇ ਚਰਨਾਂ 'ਚ ਬੈਠੋ and try and absorb the energy of that satsang, ਜੋ miracle, ਜੋ blessing ਉਹਨਾਂ ਨੇ ਦਿੱਤੀ ਹੈ, ਉਹਦੇ gratitude ਦੇ ਵਿੱਚ ਰਮੋ। Immersion, Samavesh, it's a beautiful Sanskrit word. Immerse in that experience, drown in it, be grateful for it, but only between you and Guruji. ਇੱਕ ਦਿਨ ਇਹ ਜਿਹਾ ਆਏਗਾ ਕਿ ਉਸ ਸਿਚੁਏਸ਼ਨ 'ਚੋਂ ਚਾਰਜ ਖਤਮ ਹੋ ਜਾਏਗਾ, you will feel no need to go and share it with anybody. ਉਸ ਦਿਨ you should go and share your Guru's Mahima with everybody,
because you will not be coming from a place of ego. And secondly, उस सत्संग ਦੀ ਜਿਹੜੀ ਇੱਕ એનર્ਜੀ ਹੈ ਉਹ ਪੂਰੀ ਹੋ ਜਾਂਦੀ ਹੈ। ਗੁਰੂ ਜੀ ਸਤਸੰਗ ਪੂਰੇ ਹੋਣ ਤੋਂ ਬਹੁਤ ਦੇਰ ਬਾਅਦ ਕਰਾਉਂਦੇ ਹੁੰਦੇ ਸੀ ਉਹ ਸਤਸੰਗ। ਜਦੋਂ ਮੈਨੂੰ ਗੁਰੂ ਜੀ ਨੇ ਗੁਰੂ ਨਾਨਕ ਦੇਵ ਜੀ ਦੇ ਦਰਸ਼ਨ ਕਰਾਏ ਸੀ, ਉਸ ਦਿਨ ਸ਼ਾਮ ਨੂੰ ਮੈਂ ਗੁਰੂ ਜੀ ਕੋਲ ਜਦੋਂ ਗਈ ਹਾਂ ਤਾਂ ਗੁਰੂ ਜੀ ਨੇ ਮੈਨੂੰ other than saying ਕਿ ਮੈਂ ਲੰਚ ਤੇ ਨਹੀਂ ਗਈ ਔਰ ਮੈਨੂੰ ਗੁਰੂ ਜੀ ਨੇ ਮਤਲਬ ਇਹ ਦੱਸਿਆ ਕਿ ਉਹਨਾਂ ਨੂੰ ਪਤਾ ਸੀ ਕਿ ਮੈਂ ਸਵੇਰ ਤੋਂ ਕੀ ਕਰ ਰਹੀ ਹਾਂ। The only thing he said in my ear, ਔਰ ਉਹ ਵੀ ਮੇਰੇ ਕੰਨ 'ਚ ਕਿਸੇ ਨਾਲ ਗੱਲ ਨਹੀਂ ਕਰਨੀ। And the only person I shared it with was Nirmal Bhenji from Jalandhar once she had come to visit Guruji. और उन्होंने मत्था टेकिया and Guruji told me कि इन्हां नाल सत्संग शेयर कर। And that is when I shared my satsang. Guruji ਦੇ सत्संग कदों शुरू ਹੁੰਦੇ हैं कदों खत्म ਹੁੰਦੇ हैं, no one can say। 30 साल चलते हैं। Guruji's birthday is on the 7th of July. Mine is on the 14th of July. ਜਿਹੜਾ ਮੈਨੂੰ ਥੋੜੇ ਦਿਨ ਪਹਿਲਾਂ ਆਨਲਾਈਨ ਸਤਸੰਗ ਕਰਨ ਦਾ ਇਨਵਾਈਟ ਆਇਆ ਸੀ ਉਹ 14 ਜੁਲਾਈ ਦਾ ਸੀ, ਮੇਰੇ ਬਰਥਡੇ ਦਾ। ਮੈਨੂੰ ਲੱਗਿਆ ਕਿ ਸ਼ਾਇਦ ਗੁਰੂ ਜੀ ਚਾਹੁੰਦੇ ਕਿ ਮੈਂ ਆਪਣੇ ਬਰਥਡੇ ਤੇ ਸਤਸੰਗ ਕਰਾਂ, ਬਟ ਗੁਰੂ ਜੀ ਦਾ ਹੁਕਮ ਨਹੀਂ ਹੋਇਆ। So I politely declined. और ਹੁਣ मैं ਤੁਹਾਨੂੰ सत्संग ਇਹ ਸੁਣਾਨੀ ਆ ਕਿ how Guruji ties things up। ਮੈਨੂੰ ਬੁਰਾ ਵੀ ਬਹੁਤ ਲੱਗ ਰਿਹਾ ਸੀ ਕਿ ਮੇਰਾ ਬਰਥਡੇ ਹੈ, ਮੈਨੂੰ ਇੱਕ सत्संग ਇਨਵਾਈਟ ਆਇਆ ਔਰ ਫਿਰ ਵੀ ਇੱਕ ਮਨ ਇਹੀ ਕਹਿੰਦਾ ਹੈ ਕਿ ਕਿਤੇ ਮੈਂ ਤਾਂ ਨਹੀਂ ਸੋਚ ਰਹੀ ਕਿ ਗੁਰੂ ਜੀ ਮਨਾ ਕਰ ਰਹੇ ਹਨ। ਪਰ ਮੈਂ ਤਾਂ ਬੜੀ ਸਿੰਪਲੀ ਗੁਰੂ ਜੀ ਨੂੰ ਕਹਿ ਦਿੰਦੀ ਹੁੰਦੀ ਹਾਂ, ਗੁਰੂ ਜੀ ਮੈਂ ਤਾਂ ਬਹੁਤ ਮੰਦਬੁੱਧੀ ਹਾਂ, ਜੇ ਤੁਹਾਡਾ ਹੁਕਮ ਹੈਗਾ ਤੁਸੀਂ ਮੈਨੂੰ ਕਲੀਅਰ ਸਾਈਨ ਦੇ ਦਿਓ ਜਾਂ ਮੇਰੇ ਤੋਂ ਬਗੈਰ ਸੋਚੇ ਸਮਝੇ ਕਰਾ ਲਓ, ਮੈਨੂੰ ਤਾਂ ਸਾਈਨ ਵੀ ਨਹੀਂ ਸਮਝ ਆਉਂਦੇ। ਪਰ ਗੁਰੂ ਜੀ ਨੇ ਮੈਨੂੰ ਕੋਈ ਸਾਈਨ ਨਹੀਂ ਦਿੱਤਾ ਕਿ ਮੈਂ 14 ਜੁਲਾਈ ਨੂੰ ਸਤਸੰਗ ਕਰਾਂ। I was talking to my daughter ਔਰ ਮੈਂ ਇੱਕ ਪੁਰਾਣੇ ਸਤਸੰਗ ਦੀ ਗੱਲ ਕਰ ਰਹੀ ਸੀ ਗੁਰੂ ਜੀ ਦੇ ਟਾਈਮ ਜਦੋਂ ਫਿਜ਼ੀਕਲ ਬੋਡੀ ਸੀ ਗੁਰੂ ਜੀ। ਮੈਨੂੰ ਜੋ ਯਾਦ ਸੀਗਾ, ਮੈਨੂੰ ਇਹ ਯਾਦ ਸੀ ਕਿ ਮੇਰਾ ਬਰਥਡੇ ਸੀ ਤੇ ਮੈਂ ਗੁਰੂ ਜੀ ਦੇ ਨੂੰ ਮਿਲਣ ਗਈ ਸੀ ਔਰ ਮੈਂ ਗੁਰੂ ਜੀ ਨੂੰ ਮੱਥਾ ਟੇਕਿਆ ਔਰ ਮੈਂ ਕੋਨੇ 'ਚ ਬੈਠੀ ਹੋਈ ਸੀ ਔਰ ਮੈਂ ਬਾਰੀ ਬਾਰੀ ਇਹੀ ਕਹੀ ਜਾ ਰਹੀ ਸੀ ਕਿ ਗੁਰੂ ਜੀ ਤੁਹਾਨੂੰ ਪਤਾ ਹੈ ਮੇਰਾ ਬਰਥਡੇ ਹੈ, ਗੁਰੂ ਜੀ ਮੈਂ ਤੁਹਾਡੀਆਂ ਬਲੈਸਿੰਗਸ ਲੈਣ ਆਈ ਹਾਂ ਆਪਣੇ ਬਰਥਡੇ ਤੇ। Guruji, do you even know it's my birthday? Guruji, do you even know? मैं गुरुजी दे कन खा गई पीछे बैठी बैठी अपने मनो मन बस इको चीज की गुरुजी मैं अपने बर्थडे लिए ब्लेसिंग मंगन आई हूँ। और जो मैं उठ के मत्था टेक के आने लगी गुरुजी दे राइट हैंड साइड ते एक टेबल पिया हुंदा सी छोटा जिहा। गुरुजी ने अपना हाथ इदां खोलिया and I don't know from where that box of laddus appeared. बेसन दे लड्डू, पुराना डब्बा गत्ते दा जो पुराना डिजाइन हुंदा सी और धागा मौली वाला ਉਹਦੇ 'ਚ बज्जा होया। And unto date I always try and recollect कि ਉਹ डब्बा गुरु जी दे हत्थ 'ਚ आया कित्थों, पर मैनू हजे भी नहीं पता। It was as if he just manifested. He opened his hand and he manifested. And he gave it to me and he says to me, "Allah, happy birthday." Guruji, thanu pata hai mera birthday. Guruji, thanu pata hai mera birthday. Now, I was talking to our daughter about it and she said to me, "Mummy, you don't remember it correctly, but it wasn't your birthday. It was 4 or 5 days before your birthday."
it wasn't the day of your birthday. She says because ਉਹਨੂੰ ਉਹ ਡੱਬਾ exactly ਯਾਦ ਹੈ, ਔਰ ਗੁਰੂ ਜੀ ਨੇ ਮੈਨੂੰ ਕਿਹਾ ਸੀ ਇਹਨੂੰ ਫ੍ਰਿਜ 'ਚ ਨਹੀਂ ਰੱਖਣਾ, ਇਹ ਖਰਾਬ ਨਹੀਂ ਹੋਏਗਾ, 6 ਮਹੀਨੇ ਵੀ ਬਾਹਰ ਪਿਆ ਰਹੇਗਾ। ਔਰ ਮੈਂ ਘਰ ਆ ਕੇ ਗੁਰੂ ਜੀ ਦੀ ਫੋਟੋ ਦੇ ਅੱਗੇ ਰੱਖਿਆ, ਉਦੋਂ ਅਸੀਂ ਫੋਟੋ ਹੀ ਕਿਆ ਕਰਦੇ ਸੀ, ਔਰ ਮੈਂ ਉੱਥੇ ਪਿਆ ਰਹਿਣ ਦਿੱਤਾ, ਔਰ ਬੱਚੇ ਖਾਂਦੇ ਰਹੇ ਉਹਦੇ ਚੋਂ। ਸੋ ਸ਼ੀ ਰਿਮੈਂਬਰਸ ਦੈਟ ਬਾਕਸ ਸੋ ਕਲੀਅਰਲੀ, ਔਰ ਉਹਦੇ 'ਚ ਕਿਹੜੀ ਮਿਠਾਈ ਸੀ ਔਰ exact design ਉਹ ਕਹਿੰਦੀ ਕਿ ਮੈਨੂੰ ਯਾਦ ਹੈ। and she says it wasn't your birthday, it was 4 to 5 days before your birthday। ਔਰ ਹੁਣੇ ਸਤਸੰਗ ਸ਼ੁਰੂ ਹੋਣ ਤੋਂ ਪਹਿਲਾਂ ਮੇਰੇ ਦਿਮਾਗ ਵਿੱਚ ਇਹ ਗੱਲ ਆਈ, I'm sure it was the 9th of July। ਅੱਜ ਦਾ ਦਿਨ ਹੀ ਹੋਣਾ ਜਿਸ ਦਿਨ ਮੈਂ ਗੁਰੂ ਜੀ ਨੂੰ ਇਹ ਪੁੱਛ ਰਹੀ ਸੀ, ਗੁਰੂ ਜੀ ਤੁਹਾਨੂੰ ਪਤਾ ਹੈ ਮੇਰਾ ਬਰਥਡੇ ਹੈ? Because Zoya is very sure it was 4 or 5 days before my birthday. So he did not want me to do a satsang on the 14th of July, but he wanted to bless me on this very day when I was asking him, Iltija, Akhan de vich umeed, Guruji, do you even know it's my birthday and I've come for my birthday blessings? This is who my Guru is. Most subtle, the most pure. लोकी कहंदे गुरु जी शिव है, कोई कहंदा गुरु जी रब है, कोई कहंदा गुरु जी भगवान है। मैं कहनी सिर्फ गुरु जी ही है। कोई कहंदा उन्होंने गुरु नानक देव जी दे दर्शन कराए, कोई कहंदा शिव जी दे कराए। वो कहंदे तुसी मैनू जेड़े मर्जी रूप विच देख लो। There is only one energy in the world, and that is Guruji. And ਜਿਹੜੇ रूप नाल तुसी कनेक्ट करदे हो, तुहानू उस रूप दे विच दर्शन दे दिंदे। At that time, Guruji was lying down and he says to me, "Tenu Guru Nanak de darshan hoye hain." It was a rhetorical question. It did not need an answer. And I shook my head. But what actually Guruji was asking me was, "Tu Guru Nanak de darshan hi kar rahi hai." मैं Guruji di सेवा कर रही सी। Guruji Empire Estate विच carpet ते लेटे होए सी और मैं उन्हां दी लत्तां घुट रही सी। ਅਸੀਂ जिस रूप विच आइए असी Guruji ਨੂੰ देख सकते हैं। There is no other. There is only Guruji। इस ब्रह्मांड ਦੀ सिर्फ एक शक्ति है संगत जी, और वो है Guruji। He is the purest of the pure. He is the highest of the high. You can see him in any form. Guruji ने मैनू साई बाबा दे दर्शन कराए। Guruji ने मैनू जीसस क्राइस्ट दे दर्शन कराए अखां खोलियां दे नाल। Guruji ने मैनू रूमी मौलाना रूमी उन्हां दे दर्शन कराए। Now I have no idea कि उन्होंने मैनू क्यों दर्शन कराए उन्हां फॉर्म्स दे। Why did he think, why did he deem it was necessary for me to meet Sai Baba, to meet Jesus Christ, to meet Maulana Rumi and a lot of other avatars which I'm not supposed to talk about? उन्होंने मैनू क्यों दर्शन कराए? This only Guruji knows. Because शक्ति इको ही है और वो Guruji है। There is no other. He is the eternal light. Guruji कहते हैं सी मैं light है। He is the eternal light. ਅਸੀਂ beg, plead, supplicate कर सकते हैं कि गुरुजी सानू इस फॉर्म विच दर्शन दे दो या उस फॉर्म च दर्शन दे दो, and he will. पिछले साल दी गल है,
I was reading a book. मैं saints ਦੀਆਂ sages ਦੀਆਂ ਪੁਰਾਣੇ Indian saints ਦੀਆਂ ਕਾਫੀ books ਪੜ੍ਹਦੀ ਰਹਿੰਦੀ ਹਾਂ। ਇਹ ਜਿਹੜੇ ਸੰਤ ਹੈ ਇਹਨਾਂ ਨੂੰ ਹਨੂਮਾਨ ਜੀ ਦਾ ਅਵਤਾਰ ਮੰਨਿਆ ਜਾਂਦਾ। ਮੈਂ ਇਹਨਾਂ ਦੀ book ਪੜ੍ਹ ਰਹੀ ਸੀ ਇੱਕ। Okay, let me actually go into the background of this. 6-7 ਸਾਲ ਪਹਿਲਾਂ ਮੇਰੇ ਘਰ 'ਚ ਸਤਸੰਗ ਸੀ। ਸਵੇਰੇ ਮਾਮਾ ਨੂੰ ਮਿਲਣ ਗਈ। ਜਦੋਂ ਮੈਂ ਵਾਪਸ ਘਰ ਆਈ ਤੇ ਮੈਂ ਗੇਟ ਖੋਲਿਆ ਔਰ ਗੱਡੀ ਡਰਾਈਵ ਇਨ ਕੀਤੀ ਤੇ ਮੈਂ ਮਾਮਾ ਨਾਲ ਹੀ ਗੱਲ ਕਰ ਰਹੀ ਸੀ ਫੋਨ ਤੇ। ਮੈਂ ਗੇਟ ਖੋਲ ਕੇ ਗੱਡੀ ਅੰਦਰ ਲੈ ਕੇ ਗਈ ਤੇ ਮੈਂ ਪਿੱਛੇ ਮੁੜ ਕੇ ਦੇਖਿਆ ਤੇ ਇੱਕ ਸਾਧੂ ਖੜੇ ਸੀ ਭਗਵੇਂ ਕੱਪੜੇ ਪਾ ਕੇ। ਫਿਰ ਸੀ ਬੇਟੀ ਜੂਤੇ ਦੇ ਦੇ, ਬੇਟੀ ਜੂਤੇ ਦੇ ਦੇ। ਮੈਂ ਉਹਨਾਂ ਵੱਲ ਦੇਖਿਆ, ਹੱਥ 'ਚ ਮੇਰੀ ਚਾਬੀ ਸੀ। ਮੈਂ 3 ਉਂਗਲਾਂ ਨਾਲ ਇਸ਼ਾਰਾ ਕੀਤਾ ਕਿ ਮੈਂ ਹੁਣੇ ਆ ਰਹੀ ਹਾਂ ਔਰ ਮੈਂ ਅੰਦਰ ਆ ਗਈ। I finished my phone call ਔਰ ਮੈਂ ਬਾਹਰ ਗਈ। ਜਦੋਂ ਮੈਂ ਜਾ ਕੇ ਦੇਖਿਆ ਤੇ ਸਟਾਫ ਨੇ ਗੇਟ ਬੰਦ ਕਰ ਦਿੱਤਾ ਸੀ ਔਰ ਉਹ ਸਾਧੂ ਜਿਹੜੇ ਸੀ ਉਹ ਹੈ ਨਹੀਂ ਸੀ। ਉਸ ਟਾਈਮ ਦੇ ਵਿੱਚ ਇੰਨੀ ਅਰਜੈਂਸੀ ਸੀ, ਸਤਸੰਗ ਘਰ ਦੇ ਵਿੱਚ ਸੀ, ਇੰਨਾ ਕੰਮ ਸੀ, ਕੁਝ ਜ਼ਿਆਦਾ ਸੋਚਿਆ ਨਹੀਂ ਔਰ ਆਪਣੇ ਕੰਮ ਲੱਗ ਗਈ। ਸ਼ਾਮ ਹੋਈ, ਸਤਸੰਗ ਹੋਇਆ। ਸਤਸੰਗ ਦੇ ਵਿੱਚ ਸਾਰੀ ਸੰਗਤ ਆਪਣੇ ਆਪਣੇ ਸ਼ੂਜ਼ ਪਾ ਕੇ ਚਲੀ ਗਈ। ਇੱਕ ਸੰਗਤ ਦੇ ਮੈਂਬਰ ਮੇਰੇ ਕੋਲ ਆਏ ਆ ਕੇ ਕਹਿੰਦੇ ਕਿ ਉਹਨਾਂ ਦੇ ਸ਼ੂਜ਼ ਕੋਈ ਹੋਰ ਪਾ ਗਿਆ ਤੇ ਉਹ ਆਪਣੇ ਸ਼ੂਜ਼ ਛੱਡ ਗਿਆ। ਕਹਿੰਦੇ ਕਿ ਮੈਂ ਇਹ ਸ਼ੂਜ਼ ਨਹੀਂ ਲੈ ਕੇ ਜਾਵਾਂਗਾ ਔਰ ਤੁਸੀਂ ਇਹਨਾਂ ਨੂੰ ਇੱਥੇ ਰਹਿਣ ਦੇਣਾ। ਜੇ ਉਹ ਸ਼ੂਜ਼ ਛੱਡ ਜਾਣਗੇ ਤਾਂ ਮੈਂ ਲੈ ਜਾਵਾਂਗਾ, ਤੁਸੀਂ ਮੈਨੂੰ ਫੋਨ ਕਰ ਦੇਣਾ। ਕਿਹਾ ਜੀ ਠੀਕ ਹੈ। 1 ਦਿਨ ਨਿਕਲ ਗਿਆ, 2 ਦਿਨ ਨਿਕਲ ਗਏ, 3-4 ਦਿਨ ਹੋ ਗਏ। ਉਹ ਸੰਗਤ ਦੁਬਾਰਾ ਸ਼ੂਜ਼ ਰਿਟਰਨ ਕਰਨ ਨਹੀਂ ਆਈ ਔਰ ਉਹ ਸ਼ੂਜ਼ ਉੱਥੇ ਹੀ ਪਏ ਹੋਏ ਸੀ। ਅਸੀਂ ਆਪਣੀ ਬੇਟੀ ਨੂੰ ਛੱਡਣ ਜਾਣਾ ਸੀ ਦਿੱਲੀ। She had to leave for overseas. ਉਹਨੂੰ ਅਸੀਂ ਛੱਡ ਕੇ ਵਾਪਸ ਆ ਰਹੇ ਸੀ। ਮੈਨੂੰ ਮੇਰੇ ਡਰਾਈਵਰ ਦਾ ਫੋਨ ਆਂਦਾ। ਮੈਨੂੰ ਕਹਿੰਦੇ जो उस दिन साधु आए थे जब आपने हमें गुस्सा किया था कि गेट क्यों बंद कर दिया, वो साधु दोबारा आए और वो कह रहे हैं कि मेरे जूते कहाँ हैं, जहाँ यहाँ कोई जूते छोड़ के गया मेरे लिए। I get skin crawls संगत जी even to date। मतलब मेरे scalp ਦੇ ਵਿੱਚ ਵੀ goosebumps ਹੋ ਰਹੇ हैं। And I just knew that I had missed the point. Guruji came और मेरे स्टाफ ने बंद कर दिया गेट और मैं फोन कॉल में इन्वॉल्व हो गई। So I just said to him कि उन्होंने जूते दे दो। This is 6-7 years ago। ਹੁਣ ਜਿਹੜਾ ਮੈਂ ਸਤਸੰਗ ਤੁਹਾਨੂੰ ਸੁਣਾਉਣ ਲੱਗੀ ਹਾਂ ਇਹ ਪਿਛਲੇ ਸਾਲ ਦਾ ਸਤਸੰਗ ਹੈ। ਮੈਂ ਉਹਨਾਂ ਦੀ ਉਹ ਬੁੱਕ ਪੜ੍ਹ ਰਹੀ ਸੀ ਔਰ ਉਹਦੇ 'ਚ ਲੋਕੀ ਬਹੁਤ ਸਾਰੇ ਆਪਣੇ ਐਕਸਪੀਰੀਐਂਸਿਸ ਦੱਸ ਰਹੇ ਸੀ ਉਹਨਾਂ ਸੰਤਾਂ ਦੇ ਨਾਲ। ਉਹ ਕਹਿੰਦੇ ਕਿ ਉਹ ਸੰਤ ਆਉਂਦੇ ਸੀ, ਏਦਾਂ ਕਰਕੇ ਦਰਵਾਜ਼ਾ ਖੜਕਾਉਂਦੇ ਸੀ, ਆ ਕੇ ਕਹਿੰਦੇ ਸੀ ਮੈਂ ਘੰਟੇ ਲਈ ਆਇਆ। 6-6 ਮਹੀਨੇ ਰਹਿੰਦੇ ਸੀ। ਸੰਗਤ ਆਈ ਜਾਂਦੀ ਸੀ, ਲੰਗਰ ਪੱਕੀ ਜਾਂਦੇ ਸੀ, ਉਹ ਬਲੈਸ ਕਰੀ ਜਾਂਦੇ ਸੀ। That whole incident is described so beautifully that I began to read and start to cry. मेरे रोम रोम चो अथरू निकल रहे सी। मैं सुबह के रो रही सी because it reminded me of the time when Guruji came and I did not recognize him. I was so busy in my phone call. I was so busy organizing for the satsang that was in the evening.
कि मैं बिल्कुल भूल गई कि गुरुजी तो गेट ते खड़े हैं। मैं वो बुक बंद कर ਦਿੱਤੀ और मैं बहुत रोई। इन्हें संतां नूं हनुमान जी का अवतार किया जाता है। रो के मेरी एनर्जी इन्नी टिमिड हो गई, इन्नी मैं कंट्रैक्ट हो गई। मैनू लग गया कि आई नीड टू जस्ट गेट अप एंड आई नीड टू गो फॉर अ वॉक। मैं उठी अपने बेड तो मैं गुरु जी की फोटो अगे डंडौत की और फिर एक बारी बहुत मन खोल के रोई। सिर्फ इन्नी गल की, मैं क्या गुरु जी एक बारी आ जाओ, तुसी किसी भी फॉर्म च आ जाओ, दिस टाइम आई विल नॉट मिस। और कह के मैं अथरू पूंछ के और आई वेंट डाउनस्टेयर्स। Usually I do my 10,000 steps in the driveway। ਜਦੋਂ ਤੋਂ ਪੈਂਡੈमिਕ ਹੋਇਆ ਬਾਹਰ ਗਏ ਹੀ ਨਹੀਂ, ਬਸ ਉਹ ਝਾਕਾ ਜਾ ਹੀ ਰਿਹਾ। So I wear my watch and I just do my 10,000 steps। मैं किचन ਦੇ ਦਰਵਾਜ਼ੇ ਚੋਂ ordinarily I go through the front door, ਪਰ ਮੈਂ ਕਿਚਨ ਦੇ ਦਰਵਾਜ਼ੇ ਚੋਂ ਸਾਈਡ ਤੇ ਜਿਹੜਾ ਦਰਵਾਜ਼ਾ ਹੈ ਮੈਂ ਉੱਥੋਂ ਨਿਕਲ ਕੇ ਵਾਕ ਕਰਨ ਲਈ ਚਲੀ ਗਈ। मैं किचन के डोर तो लैके गेट तक वॉक करती हूँ। गेट के अंदर वाले पासे गार्ड हट है। मैं एक चक्कर लगाती हूँ फ्रॉम द किचन डोर टू द गार्ड हट, फ्रॉम द गार्ड हट टू द किचन डोर एंड बैक टू द गार्ड हट। जिवें मैं गार्ड हट को दोबारा जाती हूँ दूसरी बारी, on top of the guard hut there is a huge monkey sitting. When I say huge, I mean huge. We've been living in this house for 27 years. I have never seen a single monkey over here. And it was blonde as blonde could be, और ਉਹਨਾਂ ਦੇ ਬਾਲ ਏਦਾਂ ਸ਼ਾਈਨ ਕਰ ਰਹੇ ਸੀ और ਅੱਖਾਂ 'ਚ ਇੰਨਾ ਤੇਜ਼ ਸੀਗਾ ਕਿ ਮੈਂ ਦੱਸ ਨਹੀਂ ਸਕਦੀ। And he was in that reclining position, ਸਿਰ ਥੱਲੇ ਬਾਂਹ ਦਿੱਤੀ ਹੋਈ ਸੀ, and he was chewing something, ਕੁਛ chew ਕਰ ਰਿਹਾ ਸੀ। And he shot a glance at me, ਮੇਰੇ ਵੱਲ ਬੜੀ ਧਿਆਨ ਨਾਲ ਦੇਖਿਆ ਉਹਨਾਂ ਨੇ। मैं ਉਹਨਾਂ ਵੱਲ ਦੇਖਿਆ। I was transfixed, ਏਦਾਂ ਜਿੱਦਾਂ ਕਿਸੇ ਨੇ ਕਿੱਲ ਲਾ ਕੇ ਮੇਰੇ ਪੈਰਾਂ ਦੇ ਥੱਲੇ ਮੈਨੂੰ ਉਸ ਜਗ੍ਹਾ ਨਾਲ ਜੜ ਦਿੱਤਾ ਹੁੰਦਾ। I just kept looking at him in awe and in fear, complete fear। I have never seen such a big monkey in my life। और ਉਹਨਾਂ ਦਾ ਫੇਸ, ਉਹਨਾਂ ਦੇ ਹੱਥ और ਉਹਨਾਂ ਦੇ ਪੈਰ ਇਹ ਤਾਂ ਸਿੰਦੂਰ ਲਾਲ ਹੁੰਦਾ, ਇਸ ਤਰ੍ਹਾਂ ਲਾਲ ਸੀ। मैं देखती रही और अपने मन ਦੇ ਵਿੱਚ ਪਲੈਨਿੰਗ ਕਰ ਰਹੀ ਹਾਂ ਵੀ ਹੁਣ ਬਚਿਆ ਕਿੱਦਾਂ ਜਾਏ। ਹੌਲੀ ਹੌਲੀ ਕਰਕੇ ਮੈਂ ਪੁੱਠੇ ਕਦਮ ਲੈ ਕੇ ਪਿੱਛੇ ਨੂੰ ਤੁਰਨਾ ਸ਼ੁਰੂ ਕਰ ਦਿੱਤਾ। ਜਿਉਂ ਹੀ ਮੈਂ ਪਿੱਛੇ ਨੂੰ ਤੁਰਨਾ ਸ਼ੁਰੂ ਕੀਤਾ, ਉਹ ਖੜੇ ਹੋ ਗਏ ਗਾਰਡ ਹਟ ਤੇ। He was huge for a monkey। और ਉਹਨਾਂ ਨੇ ਗਾਰਡ ਹਟ ਤੋਂ ਨੀਚੇ ਜੰਪ ਮਾਰ ਲਈ। ਮੈਂ ਭੱਜਣਾ ਸ਼ੁਰੂ ਕਰ ਦਿੱਤਾ। It didn't occur to me कि मैं front door चों अंदर चली जावां, because वो closest सीगा। मैं किचन दे दरवाजे चों दीवार नूं मैं भजना शुरू कर दिता। मैं इन्नी डरी हुई सी। मैं एकदम भज के अंदर आई, आके मैं जाली वाले दरवाजे नूं कुंडी मारी और किचन दी विंडो चों बाहर देख रही हां। वो ਏਦਾਂ आ रहे हैं, हथ उन्हां दे पिछे हैं, as if
this house is owned by him. ये घर उन्हां दा घर है। चारों पासे देख रहे हैं, इंस्पेक्शन कर रहे हैं, हौली 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 चारों पासे देखते हुए, हाथ पीछे बने हुए तुरते हुए आ रहे हैं। फिर किचन दे दरवाजे तक आ जाते हैं और हुण तक तो क्योंकि किचन का जाली वाला दरवाजा मैं लॉक कर लिया सी, मैं उत्थे आके खड़ी हो गई। मैं उन्होंने अंदरों देख रही हूँ, जाली दे दरवाजे दे दूसरी तरफ। He looks at me for a good 3, 4, 5 minutes. I don't know how long because you lose track of time. फिर एक लत पे खड़े होके और पूरा पंजा ऊपर करके रेड, सिंदूर वर्गा रेड, मैनू आशीर्वाद दिंदे हैं। And then he shoots me another glance, 2-3 मिनट, और फिर वो पिछले पासे नू चले जाते हैं। पिछले साडे बैक साइड ते गेट है, उस गेट दे विच जाके गेट नू दोनों पासियों अपनी आर्म्स नाल पकड़ लेंदे हैं। एक बारी लेफ्ट देखते हैं, एक बारी राइट देखते हैं, एक बारी पीछे मुड़ के देखते हैं, and then he goes away. उन्हें सारी सिचुएशन दे विच ਜਦੋਂ ਗੁਰੂ ਜੀ ਸਾਨੂੰ ਇਹੋ ਜਿਹੇ ਦਰਸ਼ਨ ਕਰਾਉਂਦੇ ਹਨ, ਤੁਹਾਡੀ ਬੁੱਧੀ ਤੇ ਪਰਦਾ ਪਾ ਦਿੰਦੇ ਆ, ਮਾਇਆ ਦਾ ਪਰਦਾ ਪਾ ਦਿੰਦੇ ਆ, ਡਰ ਦਾ ਪਰਦਾ ਪਾ ਦਿੰਦੇ ਆ, ਤੁਸੀਂ ਘਬਰਾਉਣ ਲੱਗ ਜਾਂਦੇ ਹੋ। ਤੁਸੀਂ ਇਨ ਦ ਮੂਮੈਂਟ ਜਦੋਂ ਉਹ ਐਕਸਪੀਰੀਅੰਸ ਕਰ ਰਹੇ ਹੁੰਦੇ ਹੋ, ਤੁਸੀਂ ਕੰਪਲੀਟਲੀ ਭੁੱਲ ਜਾਂਦੇ ਹੋ ਕਿ ਤੁਹਾਡੇ ਨਾਲ ਕੀ ਹੋ ਰਿਹਾ, ਕਿਉਂਕਿ ਜੇ ਤੁਹਾਨੂੰ ਇੰਨੀ ਅਵੇਅਰਨੈਸ ਰਹੇਗੀ, ਤੁਸੀਂ ਉਸ ਐਕਸਪੀਰੀਅੰਸ ਨੂੰ ਫੁੱਲੀ embrace नहीं कर सकोगे। It's very hard to take divine experiences जे थानू ये knowledge हैगी है उस टाइम ते कि ये मेरे नाल divine experience हो रहा है। पर गुरु जी किस तरह थानू realize करांदे सी कि divine experience है कि थोड़े पैर जमीन तो उठे हुए हुंदे सी, थानू inkling एक दिमाग विच जरूर हुंदी सी कि कुछ ना कुछ हो रहा है, और इतना लगता सी कि सब कुछ हवा दे विच हो रहा है। It's not happening on earth because उस experience दी energy इतनी high हुंदी सी कि थानू earth दी gravity feel नहीं हुंदी। जदों भी गुरु जी divine experiences दिंदे हैं, और एक दिमाग दे विच there is one point that says this is something supernatural, but the logical mind doesn't want to believe it at that time. It took me almost 4 hours to realize मना तो कह के गया सी ना कि गुरुजी you come in any form, this time I will not let you go. And he manifested in the next 5 minutes. This is who my Guru is. The Sovereign Lord. Unique. The only one. And the magnificent one. ਹੁਣ ਕਹਿਣ ਨੂੰ ਤਾਂ ਮੈਂ ਇਹ ਕਹਾਂ ਕਿ why did Guruji need to come in the form of Hanuman ji to me? ਪਰ ਇਹ Guruji ਨੂੰ ਪਤਾ ਹੈ ਨਾ, ਇਹ ਮੈਨੂੰ ਨਹੀਂ ਪਤਾ। He knows why I need him in those forms of energy. Experience ਤਾਂ ਮੈਂ ਉਹਨਾਂ ਨੂੰ ਹੀ ਕਰ ਰਹੀ ਹਾਂ।
वो सिर्फ एक डिफरेंट फॉर्म ऑफ एनर्जी ले लेंदे हैं, विच इज राइट फॉर मी प्रोबेबली. So every time we talk about Guruji, it always starts with Guruji is Shivji. Who can say Guruji is Shivji? जिन्होंने शिव जी ਨੂੰ एक्सपीरियंस ਕੀਤਾ है. Who can say Guruji is Guru Nanak Dev Ji? जिन्होंने Guru Nanak Dev Ji ਨੂੰ एक्सपीरियंस ਕੀਤਾ. But as humans, we have not experienced the infinite. The only experience of infinite that we have is Guruji. So we can only say that Guruji is the eternal and only light of this universe, jitho is sara sansar upjaya. Sangaji, there is no other. When people say, I relate to Flane Guruji, I relate to this, I relate, that is only sadiyan man de jehdiyan boundaries ਅਸੀਂ create ਕੀਤੀ ਹੈ. Guruji ਉਹਨਾਂ ਨੂੰ satisfy ਕਰਦੇ हैं. ਜੇ ਕੋਈ ਪਰਮਾਨਸ ਯੋਗਾਨੰਦਾ ਦੇ ਭਗਤ ਹੈ, ਉਹਨਾਂ ਨੂੰ ਗੁਰੂ ਜੀ ਉਹਨਾਂ ਦੇ ਫਾਰਮ ਦੇ ਵਿੱਚ ਦਰਸ਼ਨ ਦਿੰਦੇ ਹੈ. It is to satisfy the boundary that they have created for themselves. Guruji is the only one. Always remember that. Let nobody tell you that there is any other. ਤੁਸੀਂ ਕਿਤੇ ਵੀ ਚਲੇ ਜਾਓਗੇ, ਤੁਸੀਂ ਕੋਈ ਰਿਚੁਅਲ ਫੋਲੋ ਕਰ ਲਓਗੇ, ਤੁਸੀਂ ਕੁਝ ਵੀ ਕਰ ਲਓਗੇ, ਕਿਸੇ ਮੰਦਿਰ ਚਲੇ ਜਾਓਗੇ, ਕਿਤੋਂ ਮੁਰਾਦ ਮੰਗ ਲਓਗੇ, ਕਿਸੇ ਸੰਤ ਕੋਲ ਚਲੇ ਜਾਓਗੇ, ਕਿਸੇ ਸਾਧੂ ਕੋਲ ਚਲੇ ਜਾਓਗੇ, you are only worshipping the one eternal form that is Guruji. ਹੁਣ ਸਵਾਲ ਇਹ ਹੁੰਦਾ ਹੈ ਪੈਦਾ ਕਿ ਤੁਸੀਂ ਇਹ ਸੋਚੋ ਕਿ ਗੁਰੂ ਜੀ ਫਿਰ ਕਿਉਂ ਕਹਿੰਦੇ ਸੀ ਵੀ ਜਗ੍ਹਾ ਜਗ੍ਹਾ ਨਾ ਭਟਕੋ, so that you don't disintegrate your energy. If we have $100 worth of energy, ਅਸੀਂ ਜਗ੍ਹਾ ਜਗ੍ਹਾ ਜਾਣ ਦੀ ਕੋਸ਼ਿਸ਼ ਨਾ ਕਰੀਏ. ਸਾਨੂੰ ਪਤਾ ਹੋਣਾ ਚਾਹੀਦਾ ਹੈ ਕਿ ਇਹੀ ਦਰ ਹੈ. ਸਾਨੂੰ 15 ਜਗ੍ਹਾ ਜਾਣ ਦੀ ਲੋੜ ਨਹੀਂ ਹੈ. ਸਾਨੂੰ 15 ਆਈਡਲਸ ਨੂੰ ਵਰਸ਼ਿਪ ਕਰਨ ਦੀ ਲੋੜ ਨਹੀਂ ਹੈ. ਗੁਰੂ ਜੀ ਕਹਿੰਦੇ ਸੀ ਨਾ ਕਿ ਕਿਸੇ ਨੂੰ ਵੈਸ਼ਨੋ ਦੇਵੀ ਜਾਣ ਦੀ ਲੋੜ ਨਹੀਂ ਹੈ, ਕਿਤੇ ਜਾਣ ਦੀ ਲੋੜ ਨਹੀਂ ਹੈ. ਕਿਉਂ ਕਹਿੰਦੇ ਸੀ? so that the $100 worth of energy ਜਿਹੜੀ ਸਾਨੂੰ ਸਾਡੇ ਕੋਲ ਹੈਗੀ, ਅਸੀਂ ਉਹਨੂੰ totally focus ਕਰੀਏ on ਗੁਰੂ ਜੀ. Imagine if we were to concentrate and focus ਇੱਕ ਆਪਣੀ body ਦੀ every single ounce of energy on Guru Ji, ਸਾਨੂੰ ਸਾਡਾ ਕਿੰਨਾ deeper connection ਹੋਏਗਾ, rather than going from place to place to place to place to get the same thing which is available to you in your Guru Ji ਸਰੂਪ. ਕਿੰਨਾ ਸੌਖਾ ਕੀਤਾ ਸੰਗਤ ਜੀ ਉਹਨਾਂ ਨੇ ਸਾਡੇ ਲਈ. It was so easy. ਸਾਨੂੰ ਕੀ ਕਿਹਾ ਉਹਨਾਂ ਨੇ? ਬੜੀ ਸਿੰਪਲੀ ਕਿਹਾ, ਮੇਰੀ ਫੋਟੋ ਨਾਲ ਗੱਲਾਂ ਕਰੋ, ਮੈਂ ਤੁਹਾਨੂੰ ਬਲੈਸਿੰਗ ਦਿਆਂਗਾ. You ask for blessing, he will give you the blessing. You ask for a teaching, he will give you a teaching. You ask कि गुरु जी मैनू lesson दे दो, थानू lesson दे देंगे. The only prayer I have to him is Guru Ji, please मेरा पांडा expand कर दो. Guru Ji मेरा पांडा clean कर. That is the only prayer I beg, I plead, I supplicate all the time. I only want to hold his light. There is a story from the Bhagavad Gita. They say that when Arjuna and Lord Krishna were friends for many years, ਤੁਹਾਨੂੰ ਸਭ ਨੂੰ ਪਤਾ ਹੋਣਾ ਹੈ, ਰਿਸ਼ਤੇਦਾਰ ਵੀ ਸੀਗੇ, ਇਕੱਠੇ ਖਾਣਾ ਪੈਣਾ, ਉੱਠਣਾ ਬੈਠਣਾ, ਸਭ ਕੁਝ.
But until that day when Arjuna was not standing in the battlefield and he said to Lord Krishna, "Make me your student," he was not accepted as a student. The Gita only came the day Arjuna said, "Make me your student." ਜਦੋਂ ਅਸੀਂ ਕਿਸੇ ਇਨਸਾਨ ਕੋਲ ਨਹੀਂ ਜਾਂਦੇ, ਕਿਸੇ ਆਂਟੀ ਨੂੰ ਫੋਨ ਨਹੀਂ ਕਰਦੇ, ਕਿਸੇ ਤੋਂ ਮੈਸੇਜ ਨਹੀਂ ਲੈਂਦੇ, ਕੁਛ ਨਹੀਂ ਕਰਦੇ, ਅਸੀਂ ਸਿਰਫ ਗੁਰੂ ਜੀ ਨੂੰ ਕਹਿੰਦੇ ਹਾਂ, ਗੁਰੂ ਜੀ ਤੁਸੀਂ ਹੋ, ਕਿਸੇ ਦਾ ਕੋਈ, ਮੇਰਾ ਤੇ ਬਸ ਤੂੰ ਹੀ ਤੂੰ ਹੈ. That is the time of the blessings. That is the time when the Gita will come to you. ਫਿਰ ਉਹ ਰਾਤੀ ਸੁੱਤੇ ਪਿਆਂ ਤੇ ਵੀ ਤੁਹਾਡੇ ਜਿਵੇਂ ਸੌਫਟਵੇਅਰ ਡਾਊਨਲੋਡ ਹੁੰਦਾ ਹੈ ਨਾ, ਇਸ ਤਰ੍ਹਾਂ ਤੁਹਾਡੇ ਨਾਲ ਬਲੈਸਿੰਗਸ ਵਾਪਰਦੀਆਂ ਕਿ ਤੁਹਾਡੇ ਡੀਐਨਏ, ਜਦੋਂ ਗੁਰੂ ਜੀ ਕਹਿੰਦੇ ਹੁੰਦੇ ਸੀ ਨਾ, ਅਸੀਂ ਤਾਂ ਡੀਐਨਏ ਬਦਲ ਦਿੰਨੇ ਹੁੰਨੇ ਆ, ਡੀਐਨਏ ਇਸ ਤਰ੍ਹਾਂ ਬਦਲਦੇ ਸੀ. About 8 months ago, I was at a public satsang. I had been praying to Guruji. मैं ये सत्संग बहुत short it सुनाऊंगी because it's not a satsang actually that should be done in a public forum, but I will just touch upon it a little bit. And Guruji's उस दिन Guruji ਦੇ ਉੱਥੇ ਪੂਰਨਮਾਸ਼ੀ ਸਤਸੰਗ ਤੇ ਦਰਸ਼ਨ ਵੀ ਬਹੁਤ ਲੋਕਾਂ ਨੂੰ ਹੋਏ ਸੀ, but something very different I began to feel something very different. I don't want to go into the details, but I knew that Guruji the energy ਮੈਨੂੰ ਬੜੀ intensely feel ਹੋ ਰਹੀ ਹੈ, ਉਹਦੇ ਕਰਕੇ I am feeling this. मैं घर वापस आ गई. उस रात जो मेरे नाल एक्सपीरियंस होया, मैं ज्यादा नहीं ਉਹਦੇ ਵਿੱਚ ਜਾਵਾਂਗੀ, but I was only holding Guruji's feet and saying to him, Guruji ਮੈਨੂੰ ਬਚਾ ਲਓ, Guruji ਮੇਰੀ ਜਾਨ ਨਿਕਲ ਜਾਣੀ ਹੈ, Guruji ਮੈਨੂੰ ਬਚਾ ਲਓ. And it took me 1 whole month to figure out कि मेरे नाल exactly उस रात Guruji ने की मैनू blessing दिती. Because Guruji is not only my Guru, the eternal, the divine, the Lordship, the sovereign Lord that has no other, the unique, the true unique. He is my Guru, but he is also my teacher at a worldly place. After that 1 month, my whole understanding of spirituality, us raat to baad, my whole understanding of how things work, my whole understanding of my satsangs, ਜਿਹੜੇ ਮੇਰੇ ਗੁਰੂ ਜੀ ਦੇ experiences ਹੈਗੇ, it has completely changed. ਹੁਣ ਤੁਸੀਂ ਸੋਚੋਗੇ ਕਿ ਮੈਂ ਏਡੀ ਸਿਆਣੀ ਆ ਕਿ ਮਤਲਬ ਮੈਨੂੰ ਓਵਰਨਾਈਟ ਮੈਂ ਚੇਂਜ ਹੋ ਗਈ ਹਾਂ, ਇੰਨੀ ਸਿਆਣੀ ਮੈਂ ਹੈਗੀ ਹਾਂ. ਗੁਰੂ ਜੀ ਨੇ ਕਿਹਾ ਸੀ ਨਾ ਉਹਨਾਂ ਆਂਟੀ ਨੂੰ, ਅਸੀਂ ਡੀਐਨਏ ਬਦਲ ਕੇ ਰੱਖ ਦਿੰਨੇ ਆ. ਉਹਨਾਂ ਨੇ within that one night ਮੇਰਾ ਡੀਐਨਏ ਬਦਲ ਕੇ ਰੱਖ ਦਿੱਤਾ. My whole perspective of things has shifted. My understanding has changed. My way of thinking has changed. My relationship with my Guru has become different. Deeper,
more beautiful, more satisfying, more kind of you just feel कि तुसी गुरु नालों वाकई नहीं हैगे. Who can do this? सिर्फ परमात्मा आप कर सकते. Only the Lordship. And ever since I have not done any public online satsang because मैंने लगता सी मैं सत्संग दे विच जाके बोलूंगी कि मेरे को तो कुछ है ही नहीं है बोलने ਨੂੰ. क्योंकि उन्हां एक्सपीरियंसेस दी अंडरस्टैंडिंग इन्नी बदल चुकी है हुन और वो इन्नी डीप एंड ब्यूटीफुल अंडरस्टैंडिंग है कि मैं उन्हों की खोल के लोकां दे अगे रखूंगी. The most intimate experience you can have with your guru is to have the understanding of those experiences between you and your guru. There should be no other. एक सत्संग और सुनाऊंगी फिर उस तो बाद आपका सत्संग बतावांगे. I don't know how much time do I have. What time is it? 11 o'clock. Do you have some time, Vikram? जी हाँ, ठीक है. अगर आप कंटिन्यू करना चाहते हैं तो थोड़ी देर और कर सकते. Okay. So, you know, Guruji de naal minu ek wari ek experience when Guruji was in the physical form hoya si jadoo I was pregnant and I didn't want that child and Guruji had पर मैं कहंदी सी कि मैनू कामिक डेट नहीं चाहिदा इस अबॉर्शन दा. और उस टाइम ते गुरुजी हैड टेकन द सोल अवे एंड जदों मैं गुरुजी नू मिली सी ते गुरुजी ने मैनू कहा सी तेनू नहीं चाहिदा ते मैं ले लिया. फिर ले ली मेरे तो. और उस टाइम ते ये जेडी फिर ले लें गल है ये मैं बिल्कुल इस चीज नू सुनिया अनसुनिया कर दिता सी. Recently, a year and a half ago, actually, I had a dream that Guruji आंदे हैं और मैं ट्रैक्टर ट्रॉली च बैठी हुई हूँ. गुरुजी पिछों दी आके मैनू एक बेबी दे के जाते हैं और मैनू सिर्फ उन्हां दी आर्म्स नजर आंदी हैं और मैं बेबी रिसीव कर लेनी है एंड दैट इज इट. सो मैं that was my dream. थोड़े दिन बाद मैनू बेटे दा फोन आंदा है that they were expecting and so I said yeah don't be. He was quite nervous and I said no don't be nervous. Well Guruji da मैनू ऐदां करके ड्रीम आया सी जो भी है गुरुजी दे रहे हैं so आप नर्वस नहीं होना. And everything went well. The baby we were blessed with a beautiful granddaughter and एक दिन मैनू गुरुजी दा ड्रीम आंदा है when she was a couple of months old that गुरुजी ऐदां एक सरोवर ते खड़े हैं गुरुद्वारे दे विच सरोवर दे परले पासे निशान साहब कोल और मैनू कहंदे तू सरोवर दे विचों तू आ. तो मैं अपने जोड़े उतारन लगदी हां to get into the सरोवर but then suddenly I find myself right in front of Guruji and Guruji is wearing his white kurta and he's looking slightly bigger but थोड़े जे जितना bigger लग रहे हैं गुरुजी. और बावा खोल के मैनू मिलते हैं वो बड़े खुश होंदे हैं जब भी पा लेंदे हंसी जाते और दोनों हाथ ऊपर करके मैनू कहंदे हैं. उदों कहंदी सी बाथरूम च खड़ी हो के मैनू नहीं चाहिदा रोंदी सी मैनू नहीं चाहिदा हुण ले ले हुण ले ले हुण ले ले. So this is who Guruji is. A soul that was meant for me आज तो 25 साल पहला 20 साल पहला I can't remember the exact time
उस सोल ਨੂੰ ਗੁਰੂ ਜੀ ਨੇ ਕਿੱਥੇ ਰੱਖਿਆ ਹੋਣਾ ਇੰਨੀ ਦੇਰ, ਬਿਕਾਜ਼ ਓਬਵੀਅਸਲੀ ਉਹ ਕਾਮਿਕਲੀ ਤਾਂ ਸਾਡੇ ਸੋਲ ਗਰੁੱਪ 'ਚ ਹੀ ਸੀ, ਉਹ ਸਾਡੇ ਨਾਲ ਹੀ ਕਨੈਕਟਡ ਸੀ। ਗੁਰੂ ਜੀ ਨੇ ਉਹਨੂੰ ਸਾਡੇ ਕੋਲ ਭੇਜਣਾ ਸੀ। ਕਹਿੰਦੇ ਨਾ ਗੁਰ ਕਾ ਬਚਨ, ਬਾਣੀ ਚਾਹੁੰਦਾ ਕਿ ਪੱਥਰ ਡੁਬੋ ਨਹੀਂ ਸਕਦਾ, ਪੱਥਰ डिस्ट्रॉय नहीं कर सकता, पानी डुबो नहीं सकता। इस वन वर्ड की फेर ले लें, and now that soul comes to us in the form of our granddaughter. So this is who Guruji is. There is no other संगत जी। और मैं हमेशा यही बारी बारी कहती हाँ, लोगों के पीछे नहीं भजना। गुरु जी कहते हुंदे सी कि होरा मतलब you don't go to other gods। ते इंसान तो बिल्कुल ही सानू मना है ना कि असी इंसाना को नहीं जाना अपनी प्रॉब्लम लैके। कोई आंटी सानू मैसेज नहीं दे सकती, किसी दे पीछे लगिया कुछ नहीं निकलना। Your relationship one-on-one with Guruji, direct relationship। ਜਦੋਂ ਵੀ ਤੁਸੀਂ ਗੁਰੂ ਜੀ ਦੇ ਔਰ ਆਪਣੇ ਦਰਮਿਆਨ ਕਿਸੇ ਨੂੰ ਪਾਓਗੇ, you will always find energy deficit, ਹਮੇਸ਼ਾ ਹੋ ਜਾਏਗਾ। अपना कनेक्शन गुरु जी दे नाल प्योरेस्ट रखो, डायरेक्टली कनेक्ट करो। गुरु जी गल्लां करते हैं, गुरु जी जे असी अपने ते सिंसियरली वर्क करिए, गुरु जी कहंदे you do your best, I will come and meet you halfway। Grace, grace always meets us halfway। और ਜਦੋਂ ਅਸੀਂ ਆਪਣੀਆਂ ਪ੍ਰੋਬਲਮਸ ਲੈ ਕੇ ਬਾਕੀ ਸੰਗਤ ਕੋਲ ਜਾਂਦੇ ਆ, ਕਦੀ ਕਿਸੇ ਨਾਲ ਗੱਲ ਕਰਦੇ ਆ, ਕਦੀ ਕਿਸੇ ਨਾਲ ਗੱਲ ਕਰਦੇ, ਅਸੀਂ ਇੰਨੇ ਲੋਕਾਂ ਦੀਆਂ ਐਨਰਜੀਜ਼ ਨੂੰ ਉਹਦੇ ਵਿੱਚ ਇਨਵੋਲਵ ਕਰਦੇ ਹਾਂ। ਸੋ ਲੋਕੀ ਕੀ ਕਰਦੇ, ਜੱਜਮੈਂਟ। Don't open yourself out to the judgment of others। Open yourself out to the grace of Guruji Maharaj। We don't need any extra energies than what we have already been given। जो साडे कर्म है, ਅਸੀਂ ਉਹਨਾਂ ਨੂੰ ਸਿਰਫ ਸਪਲੀਕੇਟ ਕਰ ਸਕਦੇ ਹਾਂ ਗੁਰੂ ਜੀ ਮਹਾਰਾਜ ਅੱਗੇ ਅਰਦਾਸ ਬੇਨਤੀ ਇਲਤਜਾ, beg, plead, supplicate। That is the only solution। Nobody can help us। ਸੋ ਬਸ ਇੰਨਾ ਕਹਿੰਦੇ ਹੋਏ ਹੁਣ ਆਪਾਂ ਸਤਸੰਗ ਵਧਾ ਦਿੰਦੇ ਹਾਂ। Jai Guruji, thank you everyone।